ਸਿਆਣਪ। ਦੋ ਇੰਜਣਾਂ ਵਾਲੀ ਹਨੀਮੂਨ ਗੱਡੀ ਪਹਾੜ ਦੀ ਚੜ੍ਹਾਈ 'ਤੇ ਜਾ ਰਹੀ ਸੀ। ਇੱਕ ਇੰਜਣ ਫੇਲ ਹੋ ਗਿਆ। ਡਰਾਈਵਰ ਇੱਕ ਇੰਜਣ ਨਾਲ ਹੀ ਗੱਡੀ ਚਲਾਉਂਦਾ ਰਿਹਾ ਅਤੇ ਦੂਜਾ ਇੰਜਣ ਵੀ ਫੇਲ ਹੋ ਗਿਆ। ਗੱਡੀ ਰੁਕ ਗਈ। ਸਿਆਣੇ ਡਰਾਈਵਰ ਨੇ ਸਵਾਰੀਆਂ ਨੂੰ ਕਿਹਾ, ਦੋ ਖਬਰਾਂ ਹਨ, ਇੱਕ ਮਾੜੀ ਅਤੇ ਇੱਕ ਚੰਗੀ। ਮਾੜੀ ਖਬਰ ਇਹ ਹੈ ਕਿ ਦੋਵੇਂ ਇੰਜਣ ਫੇਲ ਹੋ ਗਏ ਹਨ। 2-3 ਘੰਟੇ ਇੱਥੇ ਰੁਕਣਾ ਪਏਗਾ। ਨਵੇਂ ਵਿਆਹੇ ਜੋੜੇ ਘੁੰਮ ਫਿਰ ਕੇ ਆਲੇ ਦੁਆਲੇ ਦਾ ਨਜ਼ਾਰਾ ਮਾਣੋ। ਚੰਗੀ ਖਬਰ ਇਹ ਹੈ ਕਿ ਤੁਸੀਂ ਹਨੀਮੂਨ ਲਈ ਹਵਾਈ ਜਹਾਜ਼ ਦੀ ਥਾਂ ਗੱਡੀ ਚੁਣ ਕੇ ਆਪਣੀ ਜਾਨ ਬਚਾ ਲਈ ਹੈ। ਧੰਨਵਾਦ। ਚੀਨ ਦਾ ਆਗੂ। ਚੀਨ ਦਾ ਆਗੂ ਮਾਓ ਹਰ ਕਿਸੇ ਤੋਂ ਸੰਪੂਰਨ ਵਫਾਦਾਰੀ ਦਾ ਚਾਹਵਾਨ ਸੀ। ਆਪਣੇ ਆਪ ਨੂੰ ਉਹ ਚੀਨ ਦਾ ਰਖਵਾਲਾ ਸਮਝਦਾ ਸੀ। ਪਾਰਟੀ ਦੀ ਵਫਾਦਾਰੀ ਪਰਖਣ ਲਈ ਉਹਨੇ ਜਦੋਂ ਚੇਅਰਮੈਨੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤਾਂ ਉਹਨੂੰ ਇਹ ਜਾਣ ਕੇ ਨਾ ਕੇਵਲ ਦੁੱਖ ਹੋਇਆ ਸਗੋਂ ਸਦਮਾ ਲੱਗਾ, ਕਿਉਂਕਿ ਉਹਨੂੰ ਆਸ ਸੀ ਕਿ ਪਾਰਟੀ ਮਿੰਨਤਾਂ ਕਰੇਗੀ, ਬੇਨਤੀਆਂ ਹੋਣਗੀਆਂ ਕਿ ਉਹ ਆਪਣੇ ਅਹੁਦੇ 'ਤੇ ਬਣਿਆ ਰਹੇ। ਪਰ ਪਾਰਟੀ ਨੇ ਤਾਂ ਉਹਦੀ ਥਾਂ ਲਿਨ ਸ਼ਾਓਕੀ ਨੂੰ ਨਵਾਂ ਆਗੂ ਵੀ ਚੁਣ ਲਿਆ ਸੀ। ਇਸ ਸਮੇਂ ਹਤਾਸ਼ ਹੋ ਕੇ ਅਤੇ ਇਹ ਦੱਸਣ ਵਾਸਤੇ ਕਿ ਉਹ ਅਜੇ ਵੀ ਸ਼ਕਤੀਸ਼ਾਲੀ ਹੈ, ਮਾਓ ਨੇ ਕਲਚਰਲ ਰੈਵੋਲੂਸ਼ਨ ਆਰੰਭ ਦਿੱਤਾ, ਜਿਹੜਾ ਚੀਨ ਦੇ ਇਸ ਮਹਾਨ ਆਗੂ ਲਈ ਕਲੰਕ ਸਾਬਤ ਹੋਇਆ। ਧੰਨਵਾਦ। ਆਪੋ ਤਾਪੀ। ਰਾਜਨੀਤੀ ਵਿੱਚ ਵਿਸ਼ਵਾਸ ਤੇ ਏਕਾ ਉਦੋਂ ਤੱਕ ਹੀ ਹੁੰਦਾ ਜਦ ਤੱਕ ਹਕੂਮਤ ਪਾਰਟੀ ਦੇ ਹੱਥ ਨਹੀਂ ਆਉਂਦੀ। ਹਕੂਮਤ 'ਤੇ ਕਾਬਜ਼ ਹੋਣ ਉਪਰੰਤ ਵਿਸ਼ਵਾਸ ਦੀ ਥਾਂ ਸ਼ੱਕ ਅਤੇ ਏਕੇ ਦੀ ਥਾਂ ਆਪੋ ਤਾਪੀ ਪੈ ਜਾਂਦੀ ਹੈ। ਧੰਨਵਾਦ। ਨੋਬੇਲ ਪੁਰਸਕਾਰ। ਪ੍ਰੈਜ਼ੀਡੈਂਸੀ ਕਾਲਜ ਕਲਕੱਤੇ ਦੇ ਪ੍ਰਬੰਧਕ ਜਗਦੀਸ਼ ਚੰਦਰ ਬੋਸ ਵੱਲੋਂ ਕਾਲਜ ਵਿੱਚ ਕਲਾਸਾਂ ਪੜ੍ਹਾਉਣ ਉਪਰੰਤ ਪ੍ਰਯੋਗਸ਼ਾਲਾ ਵਿੱਚ ਉਸ ਵੱਲੋਂ ਪ੍ਰਯੋਗਾਂ ਵਿੱਚ ਸਮਾਂ ਲਾਉਣ ਦਾ ਇਤਰਾਜ਼ ਕਰਨ ਲੱਗ ਪਏ। ਬੋਸ ਦੀ ਪਤਨੀ ਨੇ ਹਰੇਕ ਪੈਸਾ ਬਚਾਇਆ ਅਤੇ ਜਦੋਂ ਜਗਦੀਸ਼ ਚੰਦਰ ਬੋਸ ਸੇਵਾ ਮੁਕਤ ਹੋਇਆ ਤਾਂ ਦੋਹਾਂ ਨੇ ਆਪਣੇ ਸਾਰੇ ਵਸੀਲੇ ਖਰਚ ਕੇ ਬੋਸ ਰਿਸਰਚ ਇੰਸਟੀਚਿਊਟ ਸਥਾਪਿਤ ਕੀਤਾ, ਜਿੱਥੇ ਕੀਤੀ ਖੋਜ ਦੇ ਆਧਾਰ 'ਤੇ ਬੋਸ ਨੇ ਭਾਰਤ ਦਾ ਪਹਿਲਾ ਨੋਬੇਲ ਪੁਰਸਕਾਰ ਪ੍ਰਾਪਤ ਕੀਤਾ। ਕਾਲਜ ਵਿੱਚ ਬੋਸ ਦੇ ਪ੍ਰਯੋਗਾਂ ਸੰਬੰਧੀ ਇਤਰਾਜ਼ ਕਰਨ ਵਾਲੇ ਇਸ ਇਨਾਮ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਸਨ। ਮਹੱਤਵਪੂਰਨ ਗੱਲ ਇਹ ਸੀ ਕਿ ਧਾਰਮਿਕ ਭਾਰਤ ਦਾ ਪਹਿਲਾ ਨੋਬੇਲ ਪੁਰਸਕਾਰ ਵਿਗਿਆਨ ਸੰਬੰਧੀ ਸੀ। ਧੰਨਵਾਦ। ਫੈਸ਼ਨ। ਸੰਸਾਰ ਵਿੱਚ ਫੈਸ਼ਨ ਗਿਣਤੀ ਦੇ ਹੀ ਹਨ, ਕਿਉਂਕਿ ਸਰੀਰ ਦੇ ਰੂਪ ਦੋ ਹੀ ਹਨ, ਮਰਦਾਨਾ ਅਤੇ ਜਨਾਨਾ। ਫੈਸ਼ਨ ਦਾ ਕੁਝ ਵੀ ਖਰੀਦੋਗੇ ਕਦੇ ਨਾ ਕਦੇ ਉਹ ਫੈਸ਼ਨ ਤੋਂ ਬਾਹਰ ਨਿਕਲ ਜਾਏਗਾ। ਕਮੀਜ਼ ਦੀ ਲੰਬਾਈ, ਗਲੇ ਦੀ ਡੂੰਘਾਈ, ਪਹੁੰਚੇ ਦੀ ਚੌੜਾਈ ਸਭ ਬਦਲ ਜਾਂਦੀਆਂ ਹਨ, ਪਰ ਹਰ ਫੈਸ਼ਨ ਮੁੜ ਆਉਂਦਾ ਹੈ, ਪਰ ਮੁੜਦਾ ਬਦਲੇ ਹੋਏ ਰੂਪ ਵਿੱਚ ਹੈ, ਜਿਸ ਕਾਰਨ ਪੁਰਾਣੇ ਫੈਸ਼ਨ ਵਾਲੇ ਕੱਪੜੇ ਉਸ ਫੈਸ਼ਨ ਦੇ ਮੁੜ ਆਉਣ 'ਤੇ ਵਰਤੇ ਨਹੀਂ ਜਾਂਦੇ। ਪੁਰਾਣੇ ਕੱਪੜੇ ਬੁੱਢੇ ਹੋ ਜਾਂਦੇ ਹਨ, ਜਦੋਂ ਕਿ ਫੈਸ਼ਨ ਦਾ ਸੰਬੰਧ ਜਵਾਨੀ ਨਾਲ ਹੁੰਦਾ ਹੈ। ਜਵਾਨੀ ਦੀ ਦਿੱਖ ਵਾਸਤੇ ਜਵਾਨ ਕੱਪੜੇ ਚਾਹੀਦੇ ਹੁੰਦੇ ਹਨ। ਧੰਨਵਾਦ। ਪਰੰਪਰਾ। ਹਾਈ ਸਕੂਲ ਦੇ ਦੋ ਵਿਦਿਆਰਥੀ ਕਲਾਸ ਵਿੱਚ ਸ਼ਰਾਰਤਾਂ ਕਰ ਰਹੇ ਸਨ। ਅਧਿਆਪਕ ਨੇ ਵੇਖ ਲਿਆ। ਇਹ ਅਧਿਆਪਕ ਆਪ ਥੱਪੜ ਨਹੀਂ ਸੀ ਮਾਰਦਾ, ਵਿਦਿਆਰਥੀਆਂ ਨੂੰ ਆਪਸ ਵਿੱਚ ਥੱਪੜ ਮਾਰਨ ਲਈ ਕਹਿੰਦਾ ਸੀ। ਜੇ ਕੋਈ ਵਿਦਿਆਰਥੀ ਮਜ਼ਬੂਤ ਥੱਪੜ ਨਹੀਂ ਸੀ ਮਾਰਦਾ ਤਾਂ ਅਧਿਆਪਕ ਉਹਨੂੰ ਆਪ ਥੱਪੜ ਮਾਰ ਕੇ ਥੱਪੜ ਮਾਰਨ ਲਈ ਕਹਿੰਦਾ ਸੀ। ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਕਿਹਾ, ਦੂਜੇ ਨੂੰ ਥੱਪੜ ਜਾਂ ਚਪੇੜ ਮਾਰ। ਉਹਨੇ ਨਹੀਂ ਮਾਰੀ। ਦੂਜੀ ਵਾਰੀ ਕਹਿਣ 'ਤੇ ਵੀ ਨਹੀਂ ਮਾਰੀ। ਅਧਿਆਪਕ ਨੇ ਕਾਰਨ ਪੁੱਛਿਆ ਤਾਂ ਦੂਜੇ ਵਿਦਿਆਰਥੀ ਨੇ ਕਿਹਾ, ਇਹ ਸਾਡੇ ਪਿੰਡ ਦੀ ਲੜਕੀ ਨਾਲ ਮੰਗਿਆ ਹੋਇਆ, ਇਹ ਸਾਡੇ ਪਿੰਡ ਦਾ ਜਵਾਈ ਹੈ, ਇਹਨੂੰ ਮੈਂ ਕਦੇ ਵੀ ਥੱਪੜ ਨਹੀਂ ਮਾਰਾਂਗਾ। ਧੰਨਵਾਦ। ਨਿਰਭਰਤਾ। ਕਿਸੇ 'ਤੇ ਨਿਰਭਰ ਨਾ ਕਰੋ, ਜੋ ਕਰਨਾ ਆਪ ਕਰੋ। ਆਲਮ ਖਾਨ ਦੀ ਦਿੱਲੀ ਦੇ ਤਖਤ 'ਤੇ ਅੱਖ ਸੀ, ਜਿਸ ਨੂੰ ਉਹਦੇ ਭਣੇਵੇਂ ਇਬਰਾਹਿਮ ਲੋਧੀ ਨੇ ਮੱਲਿਆ ਹੋਇਆ ਸੀ। ਆਲਮ ਖਾਨ ਕਾਬਲ ਦੇ ਹਾਕਮ ਬਾਬਰ ਨੂੰ ਮਿਲਿਆ ਅਤੇ ਕਿਹਾ ਕਿ ਤੁਸੀਂ ਪੰਜਾਬ ਮੱਲ ਲਓ, ਮੈਂ ਦਿੱਲੀ ਸਾਂਭ ਲਾਂਗਾ। ਇਸ ਸੁਝਾਅ ਵਿੱਚੋਂ ਬਾਬਰ ਨੇ ਇੱਕ ਅਵਸਰ ਦੇਖਿਆ। ਬਾਬਰ ਚੜ੍ਹਾਈ ਕਰਕੇ ਆਇਆ। ਪਾਣੀਪਤ ਦੇ ਸਥਾਨ 'ਤੇ ਲੜਾਈ ਹੋਈ ਅਤੇ ਲੋਧੀ ਦੀ ਫੌਜ ਹਰਾ ਦਿੱਤੀ। ਬਾਬਰ ਨੇ ਹਮਾਯੂੰ ਨੂੰ ਭੇਜਿਆ, ਜਿਸ ਨੇ ਆਗਰੇ 'ਤੇ ਕਬਜ਼ਾ ਕਰ ਲਿਆ।
ਇੱਕ ਹਫ਼ਤੇ ਵਿੱਚ ਭਾਰਤ ਉੱਤੇ ਮੁਗਲਾਂ ਦਾ ਰਾਜ ਸਥਾਪਿਤ ਹੋ ਗਿਆ। ਆਲਮ ਖਾਨ ਇਸ ਲਈ ਕੁਝ ਵੀ ਪ੍ਰਾਪਤ ਨਾ ਕਰ ਸਕਿਆ ਕਿਉਂਕਿ ਉਹ ਬਾਬਰ 'ਤੇ ਨਿਰਭਰ ਕਰ ਰਿਹਾ ਸੀ। ਦੂਜੇ ਮਦਦ ਤਾਂ ਕਰ ਸਕਦੇ ਹਨ ਪਰ ਤੁਹਾਡੀ ਲੜਾਈ ਨਹੀਂ ਲੜ ਸਕਦੇ। ਧੰਨਵਾਦ। ਨਰਕ। ਪਿਤਾ ਸ਼ਰਾਬ ਪੀਂਦਾ ਸੀ, ਪਤਨੀ ਵਿਰੋਧ ਕਰਦੀ ਸੀ। ਦੋਵੇਂ ਪੁੱਤਰਾਂ ਨੂੰ ਪਿਤਾ ਨੇ ਛੋਟੀ ਉਮਰ ਵਿੱਚ ਹੀ ਸ਼ਰਾਬ ਪੀਣ ਲਾ ਦਿੱਤਾ ਤਾਂ ਕਿ ਉਹ ਵਿਰੋਧ ਨਾ ਕਰਨ। ਇੱਕ ਘਰ ਇੱਕ ਸ਼ਰਾਬੀ ਨਹੀਂ ਚੱਲ ਸਕਦਾ। ਇਸ ਘਰ ਵਿੱਚ 3 ਸਨ। ਧੀ ਅਣਵਿਆਹੀ ਹੀ ਰਹੀ। ਮਾਂ ਧੀ ਇੱਧਰੋਂ ਉੱਧਰੋਂ ਕੰਮ ਕਰਕੇ ਕੰਮ ਚਲਾਉਂਦੀਆਂ ਸਨ। ਸ਼ਰਾਬ ਵਾਸਤੇ ਪਿਤਾ ਕਰਮਚਾਰੀ ਪੁੱਤਰਾਂ 'ਤੇ ਨਿਰਭਰ ਹੋ ਗਿਆ। ਉਹ ਸ਼ਰਾਬ ਮੰਗਵਾਉਂਦੇ ਸਨ, ਪਿਤਾ ਭੱਜ ਕੇ ਲੈ ਆਉਂਦਾ ਸੀ ਤਾਂ ਕਿ ਉਸ ਬੋਤਲ ਵਿੱਚੋਂ ਕੁਝ ਉਹਨੂੰ ਵੀ ਮਿਲ ਜਾਏਗੀ। ਪਿਤਾ ਪੁੱਤਰਾਂ ਦਾ ਨੌਕਰ ਬਣ ਗਿਆ ਸੀ। ਇਸੇ ਨੂੰ ਨਰਕ ਕਹਿੰਦੇ ਹਨ। ਧੰਨਵਾਦ। ਲਾਭ ਉਠਾਉਣਾ। ਇੱਕ ਦਰਖਤ ਥੱਲੇ ਇੱਕ ਰਾਹਗੀਰ ਲੇਟਿਆ ਹੋਇਆ ਸੀ। ਉਹਨੂੰ ਪਤਾ ਨਹੀਂ ਸੀ ਕਿ ਉਹ ਸੰਘਣਾ ਦਰਖਤ ਕਲਪ ਬ੍ਰਿਛ ਸੀ। ਰਾਹਗੀਰ ਨੂੰ ਚੰਗੀ ਨੀਂਦਰ ਆਈ। ਸੋਚਿਆ ਜੇ ਇੱਥੇ ਆਰਾਮਦੇਹ ਬਿਸਤਰਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਸੋਚਦਿਆਂ ਇੱਛਾ ਪੂਰੀ ਹੋ ਗਈ। ਹੁਣ ਉਹ ਬਿਸਤਰੇ 'ਤੇ ਪਿਆ ਸੀ। ਭੁੱਖ ਲੱਗੀ। ਇੱਛਾ ਹੋਈ ਕਿਧਰੋਂ ਕੋਈ ਪਕਵਾਨ ਮਿਲ ਜਾਏ। ਸੋਚਦਿਆਂ ਹੀ ਪਕਵਾਨ ਲੱਗ ਗਏ। ਪਕਵਾਨ ਖਾ ਕੇ ਮੁੜ ਲੇਟਣ ਦਾ ਖਿਆਲ ਆਇਆ। ਬੜਾ ਘਣਾ ਜੰਗਲ ਹੈ, ਜੇ ਸ਼ੇਰ ਆ ਜਾਏ। ਸੋਚਦਿਆਂ ਹੀ ਸ਼ੇਰ ਆ ਗਿਆ ਤੇ ਸ਼ੇਰ ਆਪਣਾ ਕੰਮ ਕਰ ਗਿਆ। ਭਾਵੇਂ ਕਲਪ ਬਿਰਛ ਹੀ ਹੋਵੇ, ਲਾਭ ਉਠਾਉਣਾ ਵੀ ਆਉਣਾ ਚਾਹੀਦਾ ਹੈ, ਪਰ ਬਹੁਤੇ ਲਾਭ ਨਹੀਂ ਉਠਾਉਂਦੇ, ਆਪਣਾ ਨੁਕਸਾਨ ਕਰਵਾਉਂਦੇ ਹਨ। ਧੰਨਵਾਦ। 2 ਚਿਹਰੇ। ਹਰ ਕਿਸੇ ਦੇ 2 ਚਿਹਰੇ ਹੁੰਦੇ ਹਨ, ਇੱਕ ਸਾਡੇ ਆਪਣੇ ਵੇਖਣ ਲਈ ਤੇ ਇੱਕ ਹੋਰਾਂ ਨੂੰ ਵਿਖਾਉਣ ਲਈ। ਇੱਕ ਵਿਅਕਤੀ ਆਪਣੇ ਹਰਮਨ ਪਿਆਰੇ ਹਾਸਰਸੀ ਕਵੀ ਨੂੰ ਮਿਲਣ ਗਿਆ। ਦਸਤਕ ਕੀਤੇ ਬਿਨਾਂ ਅੰਦਰ ਲੰਘ ਗਿਆ। ਵੇਖਿਆ ਉਹਦਾ ਪਿਆਰਾ ਕਵੀ ਰੋ ਰਿਹਾ ਸੀ। ਪੁੱਛਿਆ ਰੋ ਕਿਉਂ ਰਹੇ ਹੋ? ਕਵੀ ਨੇ ਕਿਹਾ ਜੇ ਹੱਸਦਿਆਂ ਵੇਖਣਾ ਸੀ ਤਾਂ ਦਸਤਕ ਦੇ ਕੇ ਆਉਣਾ ਸੀ। ਧੰਨਵਾਦ। ਇੱਛਾਵਾਂ। ਜਿਹੜੇ ਸਵਰਗ ਹੋ ਕੇ ਆਏ ਹਨ ਉਹ ਦੱਸਦੇ ਹਨ ਕਿ ਸਵਰਗ ਖਤਰਨਾਕ ਥਾਂ ਹੈ। ਉੱਥੇ ਜਿਸ ਚੀਜ਼ ਦੀ ਇੱਛਾ ਕੀਤੀ ਜਾਵੇ ਉਸੇ ਵੇਲੇ ਪੂਰੀ ਹੋ ਜਾਂਦੀ ਹੈ। ਇਹ ਜਾਣ ਕੇ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਜਾਗ ਪੈਂਦੀਆਂ ਹਨ ਤੇ ਇੱਛਾ ਕਰਨ ਵੇਲੇ ਲਾਪਰਵਾਹੀ ਨਾਲ ਹਰੇਕ ਕੋਈ ਅਜਿਹੀ ਇੱਛਾ ਕਰ ਬੈਠਦਾ ਹੈ ਕਿ ਸਵਰਗ ਤੋਂ ਬਾਹਰ ਹੋ ਜਾਂਦਾ ਹੈ। ਤੁਹਾਡੇ ਸਾਹਮਣੇ ਖਲੋਤਾ ਮੈਂ ਇਸ ਗੱਲ ਦਾ ਸਬੂਤ ਹਾਂ। ਧੰਨਵਾਦ। ਚਲਾਨ। ਇੱਕ ਵਿਅਕਤੀ ਕਾਰ 'ਚ ਜਾ ਰਿਹਾ ਸੀ। ਤੇਜ਼ ਰਫ਼ਤਾਰ ਸੀ। ਹੋਰ ਵੀ ਜਾ ਰਹੇ ਸਨ। ਉਸ ਨੂੰ ਸਿਪਾਹੀ ਨੇ ਰੋਕ ਲਿਆ। ਥਾਣੇਦਾਰ ਨੇ ਚਲਾਨ ਕੱਟਿਆ। ਦਸਤਖਤ ਕਰਨ ਉਪਰੰਤ ਉਹਨੇ ਥਾਣੇਦਾਰ ਨੂੰ ਕਿਹਾ ਇੱਕ ਗੱਲ ਪੁੱਛਣੀ ਸੀ। ਹੋਰ ਵੀ ਤੇਜ਼ ਜਾ ਰਹੇ ਸਨ, ਤੁਸੀਂ ਮੇਰਾ ਹੀ ਚਲਾਨ ਕਿਉਂ ਕੀਤਾ? ਥਾਣੇਦਾਰ ਨੇ ਕਿਹਾ ਕਦੇ ਮੱਛੀਆਂ ਫੜੀਆਂ ਹਨ ਜਾਂ ਕਿਸੇ ਨੂੰ ਫੜਦਿਆਂ ਵੇਖਿਆ? ਕੀ ਕੋਈ ਸਾਰੀਆਂ ਮੱਛੀਆਂ ਫੜਦਾ? ਧੰਨਵਾਦ। ਹਾਥੀ। ਹਾਥੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਨਜ਼ਰਅੰਦਾਜ਼ ਹੋ ਵੀ ਨਹੀਂ ਸਕਦਾ। ਜੇ ਲਾੜਾ ਹਾਥੀ 'ਤੇ ਆਏਗਾ ਤਾਂ ਨਿਰਸੰਦੇਹ ਲੋਕ ਵਧੇਰੇ ਧਿਆਨ ਨਾਲ ਹਾਥੀ ਨੂੰ ਵੇਖਣਗੇ ਕਿਉਂਕਿ ਲੋਕ ਵੇਖਣ ਵਾਲੀ ਚੀਜ਼ ਹੀ ਵੇਖਦੇ ਹਨ। ਧੰਨਵਾਦ। ਮੂਰਖ। ਜੇ ਤੁਸੀਂ ਆਪਣੀ ਪਤਨੀ ਨੂੰ ਮੂਰਖ ਸਮਝਦੇ ਹੋ ਤਾਂ ਯਾਦ ਰੱਖਣਾ ਜ਼ਰੂਰੀ ਹੈ ਕਿ ਜੇ ਉਹ ਮੂਰਖ ਨਾ ਹੁੰਦੀ ਤਾਂ ਉਹਨੇ ਤੁਹਾਨੂੰ ਆਪਣੇ ਪਤੀ ਵਜੋਂ ਸਵੀਕਾਰ ਨਹੀਂ ਸੀ ਕਰਨਾ। ਉਹਨੂੰ ਸਿਆਣੀ ਸਿੱਧ ਕਰੋ। ਧੰਨਵਾਦ। ਅਜੋਕਾ ਸਮਾਂ। ਪਹਿਲੇ ਤੇ ਅਜੋਕੇ ਸਮਿਆਂ 'ਚ ਵੱਡਾ ਅੰਤਰ ਇਹ ਹੈ ਕਿ ਪੁਰਾਣੇ ਸਮਿਆਂ 'ਚ ਕੋਈ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦਾ ਸੀ। ਲੋਕ ਪਰੰਪਰਿਕ ਜੀਵਨ ਨਾਲ ਸੰਤੁਸ਼ਟ ਸਨ। ਹੁਣ ਹਰ ਕੋਈ ਸਫਲ ਹੋਣਾ ਹੀ ਨਹੀਂ, ਕੁਝ ਕੀਤੇ ਬਿਨਾਂ ਹੀ ਸਫਲ ਹੋਣਾ ਚਾਹੁੰਦਾ ਹੈ। ਕੇਵਲ ਸਫਲ ਹੀ ਨਹੀਂ, ਸਭ ਤੋਂ ਵੱਧ ਸਫਲ ਹੋਣਾ ਚਾਹੁੰਦਾ ਹੈ। ਇਸੇ ਕਰਕੇ ਢਹਿੰਦੀ ਕਲਾ ਵਾਲੇ ਮਾਨਸਿਕ ਰੋਗੀ ਵੱਧ ਰਹੇ ਹਨ। ਧੰਨਵਾਦ। ਸਹੀ ਵਿਚਾਰ। ਪਹਿਲਾਂ ਵਿਚਾਰ ਸੀ ਕਿ ਉਚੇਰੀ ਵਿੱਦਿਆ ਨਾਲ ਲੜਕੀਆਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ। ਇਹ ਵਿਚਾਰ ਝੂਠਾ ਸਾਬਤ ਹੋਇਆ। ਫਿਰ ਵਿਚਾਰ ਬਣਿਆ ਕਿ ਉਚੇਰੀ ਵਿੱਦਿਆ ਨਾਲ ਲੜਕੀਆਂ ਵਿਗੜ ਜਾਂਦੀਆਂ ਹਨ। ਇਹ ਵਿਚਾਰ ਵੀ ਝੂਠਾ ਸਾਬਤ ਹੋਇਆ। ਫਿਰ ਵਿਚਾਰ ਬਣਿਆ ਕਿ ਮੇਲ ਤੇ ਇਸ ਦੀ ਖੁੱਲ੍ਹ ਨਾਲ ਇਸਤਰੀਆਂ ਕੁਰਾਹੀ ਪੈ ਜਾਣਗੀਆਂ। ਇਹ ਵੀ ਸੱਚ ਸਾਬਤ ਨਾ ਹੋਇਆ।
ਫਿਰ ਵਿਚਾਰ ਉਸਰਿਆ ਕਿ ਘਰੋਂ ਬਾਹਰ ਕੰਮ ਕਰਨਗੀਆਂ ਤਾਂ ਵਿਗੜ ਜਾਣਗੀਆਂ। ਇਹ ਵੀ ਗਲਤ ਸਿੱਧ ਹੋਇਆ। ਕੀ ਔਰਤਾਂ ਬਾਰੇ ਸਮਾਜ ਕੋਲ ਕੋਈ ਸਹੀ ਵਿਚਾਰ ਵੀ ਹੈ? ਸਹੀ ਵਿਚਾਰ ਇਹ ਹੈ ਕਿ ਔਰਤਾਂ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਪੁਰਸ਼ ਕਰਦੇ ਹਨ। ਇਹ ਵਿਚਾਰ ਸਹੀ ਸਿੱਧ ਹੋ ਰਿਹਾ ਹੈ। ਧੰਨਵਾਦ। ਪ੍ਰਸਿੱਧ। ਜਦੋਂ ਕੋਈ ਪਰਿਵਾਰ ਪ੍ਰਸਿੱਧ ਤੇ ਸ਼ਕਤੀਸ਼ਾਲੀ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਦੇ ਧੀਆਂ ਪੁੱਤਰ ਇਸ ਢੰਗ ਨਾਲ ਵਿਆਹੇ ਜਾਂਦੇ ਹਨ ਤਾਂ ਕਿ ਪਰਿਵਾਰ ਹੋਰ ਸ਼ਕਤੀਸ਼ਾਲੀ ਤੇ ਪ੍ਰਸਿੱਧ ਹੋਵੇ। ਵਾਸਤਵ ਵਿੱਚ ਇਹ ਵਿਆਹ ਨਹੀਂ ਹੁੰਦੇ। ਇਹ ਪਰਿਵਾਰਿਕ, ਰਾਜਨੀਤਿਕ, ਆਰਥਿਕ, ਵਪਾਰਕ ਸੰਧੀਆਂ ਹੁੰਦੀਆਂ ਹਨ। ਵਿਆਹ ਆਮ ਸਧਾਰਨ ਲੋਕ ਕਰਦੇ ਹਨ। ਪ੍ਰਸਿੱਧ ਪਰਿਵਾਰ ਸਹਿਯੋਗ ਦੇ ਸਮਝੌਤੇ ਕਰਦੇ ਹਨ। ਸਧਾਰਨ ਪਰਿਵਾਰ ਵਿਆਹ ਕਰਕੇ ਇੱਕ ਤੇ ਇੱਕ ਦੋ ਹੋ ਜਾਂਦੇ ਹਨ। ਵੱਡੇ ਤੇ ਪ੍ਰਸਿੱਧ ਪਰਿਵਾਰ ਆਪਣੀ ਸ਼ਕਤੀ, ਜਾਇਦਾਦ ਅਤੇ ਪ੍ਰਭਾਵ ਵਧਾ ਕੇ ਇੱਕ ਤੇ ਇੱਕ 11 ਹੋ ਜਾਂਦੇ ਹਨ। ਪ੍ਰਸਿੱਧ ਪਰਿਵਾਰਾਂ ਦਾ ਨਾਂ ਹੀ ਉਹਨਾਂ ਦੀ ਮਾਇਕ ਅਤੇ ਰਾਜਨੀਤਿਕ ਸ਼ਕਤੀ ਸਿੱਧ ਹੁੰਦਾ ਹੈ। ਧੀਆਂ ਪਰਿਵਾਰਕ ਦੂਤ ਹੁੰਦੀਆਂ ਹਨ। ਸਧਾਰਨ ਪਰਿਵਾਰ ਨੇੜਲੇ ਇਲਾਕੇ ਤੱਕ ਸੀਮਤ ਰਹਿੰਦੇ ਹਨ। ਖੁਸ਼ਹਾਲ ਪਰਿਵਾਰ ਵਿਆਹ ਵਾਸਤੇ ਰਾਸ਼ਟਰੀ ਪੱਧਰ 'ਤੇ ਵਿਚਰਦੇ ਹਨ। ਜਿਹੜੇ ਅੰਤਰਰਾਸ਼ਟਰੀ ਪੱਧਰ 'ਤੇ ਵਿਚਰਦੇ ਹਨ ਉਹ ਅੰਤਰਰਾਸ਼ਟਰੀ ਪ੍ਰਸਿੱਧੀ ਤੇ ਪ੍ਰਭਾਵ ਵਾਲੇ ਹੋ ਜਾਂਦੇ ਹਨ। ਹਾਕਮ ਜਮਾਤਾਂ ਦੀ ਜ਼ਾਤ ਵੱਖਰੀ ਹੁੰਦੀ ਹੈ। ਉਹਨਾਂ ਦੀ ਜ਼ਾਤ ਹਕੂਮਤ ਹੁੰਦੀ ਹੈ। ਉਹ ਵਿਆਹ ਇਸ ਢੰਗ ਨਾਲ ਕਰਦੇ ਹਨ ਕਿ ਹਕੂਮਤ ਉਹਨਾਂ ਦੇ ਹੱਥਾਂ ਵਿੱਚ ਰਹੇ। ਧੰਨਵਾਦ। ਚੰਗਿਆਈ। ਜੇ ਕਿਸੇ ਗਜ਼ਲ ਵਿੱਚ 3-4 ਚੰਗੇ ਸ਼ੇਅਰ ਹੋਣ ਤਾਂ ਉਹ ਯਾਦਗਾਰੀ ਤੇ ਮਿਸਾਲੀ ਗਜ਼ਲ ਬਣ ਜਾਂਦੀ ਹੈ। ਜੇ ਕਿਸੇ ਟੀਮ ਵਿੱਚ 4-5 ਚੰਗੇ ਖਿਡਾਰੀ ਹੋਣ ਉਹ ਟੀਮ ਸੌਖਿਆਂ ਹੀ ਜਿੱਤ ਜਾਂਦੀ ਹੈ। ਜੇ ਕਿਸੇ ਪਰਿਵਾਰ ਵਿੱਚ 3-4 ਅਫਸਰ ਹੋਣ ਬਾਕੀ ਵੀ ਅਕਸਰ ਅਫਸਰ ਬਣ ਜਾਂਦੇ ਹਨ। ਧੰਨਵਾਦ। ਨੋਕ ਝੋਕ। ਚਰਚਿਲ ਦੀ ਪਤਨੀ ਪਤੀ ਲਈ ਵੋਟਾਂ ਮੰਗ ਰਹੀ ਸੀ। ਅਜਿਹੇ ਸਮੇਂ ਹਾਸਾ ਮਖੌਲ ਤੇ ਨੋਕ ਝੋਕ ਹੁੰਦੀ ਹੀ ਹੈ। ਇੱਕ ਵੋਟਰ ਨੇ ਕਿਹਾ, ਮੈਂ ਇਸ ਆਲਸੀ ਬੰਦੇ ਨੂੰ ਵੋਟ ਨਹੀਂ ਪਾਉਣੀ, ਇਹ ਤਾਂ ਉੱਠਦਾ ਹੀ 11 ਵਜੇ ਹੈ। ਅਜਿਹਾ ਨਹੀਂ ਹੈ, ਮੈਂ ਪਤਨੀ ਹਾਂ, ਆਸ ਹੈ ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋਗੇ। ਹਾਂ ਮੈਡਮ, ਸਮਝ ਆ ਗਈ ਹੈ। ਤੁਹਾਡੇ ਵਰਗੀ ਪਤਨੀ ਹੋਵੇ ਤਾਂ 11 ਵਜੇ ਉੱਠਣਾ ਵੀ ਬਹਾਦਰੀ ਹੈ। ਜੇ ਤੁਸੀਂ ਮੇਰੀ ਪਤਨੀ ਹੁੰਦੇ ਤਾਂ ਮੈਂ ਤਾਂ ਜਾਗਣਾ ਹੀ ਨਹੀਂ ਸੀ। ਮੇਰੀ ਵੋਟ ਪੱਕੀ। ਧੰਨਵਾਦ। ਵਿਦਿਆਰਥੀ। ਨਾਲੰਦਾ ਯੂਨੀਵਰਸਿਟੀ ਵਿੱਚ ਦਾਖਲ ਹੀ ਵਿਦਵਾਨ ਹੁੰਦੇ ਸਨ। ਹਰੇਕ ਵਿਦਿਆਰਥੀ ਨੂੰ ਅੰਦਰ ਜਾਣ ਤੋਂ ਪਹਿਲਾਂ ਦੁਆਰਪਾਲ ਨਾਲ ਵਾਰਤਾਲਾਪ ਕਰਨਾ ਪੈਂਦਾ ਸੀ। ਜਿਹੜੇ ਦਾਖਲੇ ਦੇ ਯੋਗ ਸਮਝੇ ਜਾਂਦੇ ਸਨ ਉਹਨਾਂ ਨੂੰ ਪਹਿਲੇ ਸਾਲ ਉਹਨਾਂ ਦੇ ਗਿਆਨ ਦੇ ਘਮੰਡ ਕਾਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਸੀ। ਦੂਜੇ ਸਾਲ ਘਮੰਡ ਦਾ ਰਹਿ ਜਾਣ ਕਾਰਨ ਬ੍ਰਹਮ ਆਚਾਰੀਆ ਕਿਹਾ ਜਾਂਦਾ ਸੀ। ਜੇ ਉਹ ਤੀਜੇ ਸਾਲ 'ਚ ਪਹੁੰਚ ਜਾਂਦੇ ਤਾਂ ਉਹਨਾਂ ਨੂੰ ਵਿਦਿਆਰਥੀ ਕਿਹਾ ਜਾਂਦਾ ਸੀ। ਧੰਨਵਾਦ। ਵੱਡੀਆਂ ਚੋਰੀਆਂ। ਅਨਪੜ੍ਹ ਵੱਡੀਆਂ ਚੋਰੀਆਂ ਨਹੀਂ ਕਰਦੇ ਕਿਉਂਕਿ ਵੱਡੀਆਂ ਚੋਰੀਆਂ ਉਹਨਾਂ ਦੀ ਗਿਣਤੀ ਮਿਣਤੀ 'ਚ ਨਹੀਂ ਆਉਂਦੀਆਂ। ਵੱਡੀਆਂ ਚੋਰੀਆਂ, ਠੱਗੀਆਂ ਆਦਿ ਹਮੇਸ਼ਾ ਪੜ੍ਹੇ ਲਿਖੇ ਲੋਕ ਕਰਦੇ ਹਨ। ਉਚੇਰੀਆਂ ਪੜ੍ਹਾਈਆਂ ਨੇ ਚੋਰੀਆਂ, ਹੇਰਾਫੇਰੀਆਂ, ਠੱਗੀਆਂ, ਘੁਟਾਲਿਆਂ ਦੇ ਆਕਾਰ ਵੱਡੇ ਕਰ ਦਿੱਤੇ ਹਨ। ਧੰਨਵਾਦ। ਸਭ ਕੁਝ ਮਿਲੇਗਾ। ਕਿਸੇ ਦੀਆਂ ਮਜਬੂਰੀਆਂ 'ਤੇ ਹੱਸਣਾ ਨਹੀਂ ਚਾਹੀਦਾ। ਮਜਬੂਰੀਆਂ ਕੋਈ ਆਪਣੀ ਮਰਜ਼ੀ ਨਾਲ ਨਹੀਂ ਚੁਣਦਾ। ਬੁਰਾ ਵਕਤ ਕਿਸੇ ਤੋਂ ਪੁੱਛ ਕੇ ਨਹੀਂ ਆਉਂਦਾ, ਪਰ ਇਹ ਆਉਂਦਾ ਹਰ ਕਿਸੇ ਲਈ ਹੈ। ਅਕਲ ਕਿੰਨੀ ਵੀ ਤੇਜ਼ ਹੋਵੇ, ਅਕਲ ਨਾਲ ਸਭ ਕੁਝ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਮੂਰਖ ਬਣਨਾ ਵੀ ਸਿਆਣਪ ਹੁੰਦੀ ਹੈ। ਬੀਰਬਲ ਸਭ ਤੋਂ ਵੱਧ ਅਕਲਮੰਦ ਹੋਣ ਦੇ ਬਾਵਜੂਦ ਬਾਦਸ਼ਾਹ ਨਾ ਬਣ ਸਕਿਆ। ਤੁਸੀਂ ਕਦੇ ਵੀ ਆਪਣੇ ਆਪ ਨੂੰ ਗਲੇ ਨਾਲ ਨਹੀਂ ਲਾ ਸਕਦੇ। ਰੋਣ ਲਈ ਕਿਸੇ ਹੋਰ ਦਾ ਮੋਢਾ ਹੀ ਕੰਮ ਆਉਂਦਾ। ਰਿਸ਼ਤੇ ਪੈਸੇ ਦੇ ਮੁਹਤਾਜ ਨਹੀਂ ਹੁੰਦੇ। ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦੇ ਹਨ। ਕਮਾਈ ਛੋਟੀ ਹੋਵੇ ਜਾਂ ਵੱਡੀ, ਪਰ ਰੋਟੀ ਦਾ ਆਕਾਰ ਉਹੀ ਰਹਿੰਦਾ ਹੈ। ਘੜੀ ਇਹ ਹੋਵੇ ਜਾਂ ਉਹ, ਵਕਤ ਉਹੀ ਦੱਸਦੀ ਹੈ। ਬਦਲਾ ਲੈਣ ਵਿੱਚ ਕੀ ਮਜ਼ਾ ਹੈ? ਮਜ਼ਾ ਤਾਂ ਹੈ ਜੇ ਸਾਹਮਣੇ ਖਲੋਤੇ ਦੁਸ਼ਮਣ ਨੂੰ ਆਪਣਾ ਸ਼ੁਭ ਚਿੰਤਕ ਬਣਾ ਲਓ। ਇਨਸਾਨ ਦੀ ਇੱਛਾ ਹੈ ਕਿ ਉੱਡਣ ਲਈ ਉਹਦੇ ਖੰਭ ਹੋਣ, ਪਰ ਪੰਛੀ ਚਾਹੁੰਦੇ ਹਨ ਕਿ ਉਹਨਾਂ ਦੇ ਰਹਿਣ ਲਈ ਘਰ ਹੋਵੇ। ਉਮੀਦ ਰੱਖੋ, ਮਿਹਨਤ ਕਰੋ, ਮਿਲਣ ਵਾਲਾ ਸਭ ਕੁਝ ਮਿਲੇਗਾ। ਧੰਨਵਾਦ।
ਮੁਗਲਾਂ ਦਾ ਜ਼ਮਾਨਾ। ਮੁਗਲਾਂ ਦੇ ਜ਼ਮਾਨੇ 'ਚ ਜਿਹੜੇ ਮੁਸਲਮਾਨ ਬਣਨ ਲਈ ਤਿਆਰ ਨਹੀਂ ਸਨ, ਉਹਨਾਂ 'ਤੇ ਜਜ਼ੀਆ ਨਾਂ ਦਾ ਵਿਸ਼ੇਸ਼ ਟੈਕਸ ਦੰਡ ਲਾਇਆ ਜਾਂਦਾ ਸੀ। ਕੇਵਲ ਜਜ਼ੀਆ ਹੀ ਨਹੀਂ ਸੀ ਲਾਇਆ ਜਾਂਦਾ, ਕਈ ਪਾਬੰਦੀਆਂ ਵੀ ਲਾਈਆਂ ਜਾਂਦੀਆਂ ਸਨ। ਜਿਵੇਂ ਉਹ ਮੁਸਲਮਾਨਾਂ ਵਾਲਾ ਕੋਈ ਅਧਿਕਾਰ ਨਹੀਂ ਮੰਗਣਗੇ, ਬਰਾਬਰੀ ਦਾ ਦਾਅਵਾ ਨਹੀਂ ਕਰਨਗੇ, ਸ਼ਸਤਰ ਧਾਰਨ ਨਹੀਂ ਕਰਨਗੇ, ਘੋੜੇ ਉੱਪਰ ਸਵਾਰ ਹੋ ਕੇ ਕਿਸੇ ਮੁਸਲਮਾਨ ਸਾਹਮਣੇ ਨਹੀਂ ਆਉਣਗੇ, ਕੋਈ ਮੰਦਰ ਨਹੀਂ ਉਸਾਰਨਗੇ, ਢਾਏ ਗਏ ਮੰਦਰਾਂ ਨੂੰ ਮੁੜ ਨਹੀਂ ਉਸਾਰਨਗੇ। ਧੰਨਵਾਦ। ਸਿੱਧਾ ਪ੍ਰਭਾਵ। ਬੋਲੇ ਹੋਏ ਸ਼ਬਦਾਂ ਵਿੱਚ ਲਿਖੇ ਗਏ ਸ਼ਬਦਾਂ ਨਾਲੋਂ ਪਰੇਸ਼ਾਨ ਤੇ ਪ੍ਰਸੰਨ ਕਰਨ ਦੀ ਸ਼ਕਤੀ ਵਧੇਰੇ ਹੁੰਦੀ ਹੈ, ਕਿਉਂਕਿ ਬੋਲੇ ਸ਼ਬਦਾਂ ਦਾ ਪ੍ਰਭਾਵ ਸਿੱਧਾ ਪੈਂਦਾ ਹੈ। ਧੰਨਵਾਦ। ਚਿੰਤਾ ਦਾ ਲਾਭ। ਚਿੰਤਾਮਈ ਸੋਚ ਦਾ ਵੀ ਕੁਝ ਹਾਲਤਾਂ ਵਿੱਚ ਲਾਭ ਹੁੰਦਾ ਹੈ। ਇਸ ਢੰਗ ਨਾਲ ਯੋਗ ਤਿਆਰੀ ਹੋ ਜਾਂਦੀ ਹੈ। ਜਿਵੇਂ ਕਾਰ ਵਿੱਚ ਪੈਟਰੋਲ ਮੁੱਕ ਸਕਦਾ ਹੈ, ਚਾਬੀ ਕਾਰ ਅੰਦਰ ਰਹਿ ਸਕਦੀ ਹੈ, ਟਾਇਰ ਪੰਕਚਰ ਹੋ ਸਕਦਾ ਹੈ, ਭੁੱਖ ਪਿਆਸ ਲੱਗ ਸਕਦੀ ਹੈ, ਰਸਤੇ ਵਿੱਚ ਜਾਮ ਲੱਗ ਸਕਦਾ ਹੈ, ਪੈਟਰੋਲ ਭਰਵਾ ਲਿਆ ਹੈ, ਜੈਕ ਰੱਖ ਲਿਆ ਹੈ, ਖਾਣਾ ਖਾ ਲਿਆ ਹੈ, ਪਾਣੀ ਦੀ ਬੋਤਲ ਰੱਖ ਲਈ ਹੈ, ਦੂਜੀ ਚਾਬੀ ਪਰਸ ਵਿੱਚ ਪਾ ਲਈ ਹੈ, ਪੈਸੇ ਬਟੂਏ ਵਿੱਚ ਰੱਖ ਲਏ ਹਨ। ਅਜਿਹਾ ਕਰਨ ਨਾਲ ਚਿੰਤਾ ਮੁੱਕ ਜਾਏਗੀ, ਜਿਸ ਕਾਰਨ ਕੁਝ ਨਹੀਂ ਵਾਪਰੇਗਾ, ਕਿਉਂਕਿ ਤਿਆਰੀ ਕੀਤੀ ਹੋਈ ਹੈ। ਧੰਨਵਾਦ। ਪਤੀ। ਰਾਤ ਨੂੰ ਚੋਰ ਆ ਗਏ, ਪਤੀ ਨੂੰ ਬੰਨ੍ਹ ਦਿੱਤਾ। ਇਸਤਰੀ ਨੂੰ ਕਿਹਾ ਸਾਰੇ ਗਹਿਣੇ ਦੇ ਦਿਓ। ਇਸਤਰੀ ਨੇ ਮਿੰਨਤਾਂ ਕਰਦਿਆਂ ਕਿਹਾ ਜੇ ਲੈਣਾ ਹੈ, ਜੋ ਲੈਣਾ ਲੈ ਜਾਓ, ਪਰ ਇਹਨਾਂ ਨੂੰ ਖੋਲ੍ਹ ਦਿਓ। ਇਹ ਮੇਰੀ ਗੁਆਂਢਣ ਦੇ ਪਤੀ ਹਨ, ਮੇਰੇ ਵਾਲੇ ਵੀ ਆਉਂਦੇ ਹੀ ਹੋਣਗੇ। ਧੰਨਵਾਦ। ਲੋਕਾਂ ਦੀ ਧਾਰਨਾ। ਮੱਧਕਾਲੀ ਯੂਰਪ ਵਿੱਚ ਸਮਝਿਆ ਜਾਂਦਾ ਸੀ ਕਿ ਪਰਮਾਤਮਾ ਨੇ ਤਲਵਾਰ ਉਠਾਉਣ ਦਾ ਅਧਿਕਾਰ ਰਾਜਿਆਂ ਤੇ ਉਹਨਾਂ ਦੇ ਅਹਿਲਕਾਰਾਂ ਨੂੰ ਦਿੱਤਾ ਹੋਇਆ ਹੈ। ਕਿਸਾਨਾਂ ਨੂੰ ਇਹ ਅਧਿਕਾਰ ਨਹੀਂ ਸੀ, ਜਿਸ ਕਾਰਨ ਕਿਸਾਨਾਂ ਦੇ ਵਿਦਰੋਹ ਸਖਤੀ ਨਾਲ ਕੁਚਲ ਦਿੱਤੇ ਜਾਂਦੇ ਸਨ। ਚਰਚ ਦੇ ਪ੍ਰਭਾਵ ਅਧੀਨ ਹਰ ਭੈੜੇ ਕੰਮ ਦਾ ਦੋਸ਼ ਸ਼ੈਤਾਨ ਨੂੰ ਦੇਣ ਕਾਰਨ ਕਿਸੇ ਨੂੰ ਵੀ ਸ਼ੈਤਾਨ ਦਾ ਭਾਈਵਾਲ ਦੱਸ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਰਾਜੇ ਰੱਬ ਨਾਲ ਸਿੱਧੀ ਗੱਲਬਾਤ ਕਰਦੇ ਸਨ। ਮਲਕਾ ਵਿਕਟੋਰੀਆ ਤੱਕ ਵਿਸ਼ਵਾਸ ਸੀ ਕਿ ਅਸਮਾਨ ਵਿੱਚ ਤਾਰਿਆਂ ਦੀ ਥਾਂ ਦਾ ਫੈਸਲਾ ਮਲਕਾ ਕਰਦੀ ਸੀ। ਭਾਰਤ ਵਿੱਚ ਵੀ ਰਾਜਿਆਂ ਨੂੰ ਸੂਰਜਵੰਸ਼ੀ ਤੇ ਚੰਦਰਵੰਸ਼ੀ ਤੇ ਚੱਕਰਵਰਤੀ ਸਮਝਿਆ ਜਾਂਦਾ ਰਿਹਾ ਹੈ। ਧੰਨਵਾਦ। ਪਹਿਲਾ ਸਕੂਲ। ਭਾਰਤ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਜਾਂ ਵਿਦਿਆਲਾ 19ਵੀਂ ਸਦੀ ਦੇ ਅੱਧ ਵਿੱਚ ਪੂਨੇ ਵਿੱਚ ਜੋਤੀਬਾ ਫੁਲੇ ਨੇ ਖੋਲ੍ਹਿਆ। ਇਹ ਬੜਾ ਦਲੇਰ ਉਪਰਾਲਾ ਸੀ। ਲੜਕੀਆਂ ਨੂੰ ਪੜ੍ਹਾਉਣ ਲਈ ਅਧਿਆਪਕਾ ਚਾਹੀਦੀ ਸੀ, ਕੋਈ ਨਾ ਮਿਲੀ, ਕੋਈ ਤਿਆਰ ਨਾ ਹੋਈ। ਜੋਤੀਬਾ ਫੁਲੇ ਨੇ ਆਪਣੀ ਪਤਨੀ ਸਵਿਤਰੀ ਨੂੰ ਤਿਆਰ ਕੀਤਾ। ਬੜਾ ਵਿਰੋਧ ਹੋਇਆ। ਸਕੂਲ ਜਾਂਦਿਆਂ ਉਹਦਾ ਇਸਤਰੀਆਂ ਵੀ ਅਪਮਾਨ ਕਰਦੀਆਂ ਸਨ। ਇੱਕ ਵਾਰੀ ਇੱਕ ਵਿਰੋਧੀ ਪੁਰਸ਼ ਨੇ ਮਾਰਨ ਲਈ ਇੱਕ ਇੱਟ ਚੁੱਕੀ। ਸਵਿਤਰੀ ਨੇ ਕਿਹਾ, ਖਬਰਦਾਰ ਜੇ ਅੱਗੇ ਵਧਿਆ ਪੱਥਰ ਨਾਲ ਤੇਰਾ ਸਿਰ ਪਾੜ ਦਾਂਗੇ। ਮੈਂ ਇੱਕ ਪਤੀਵਰਤਾ ਨਾਰੀ ਹਾਂ, ਆਪਣੇ ਪਤੀ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੀ ਹਾਂ। ਉਹ ਦੌੜ ਗਿਆ। ਸਵਿਤਰੀ ਨਿਰੰਤਰ ਸਕੂਲ ਜਾਂਦੀ ਰਹੀ। ਕੁਝ ਸਾਲਾਂ ਵਿੱਚ ਵਿਰੋਧ ਕਰਨ ਵਾਲੇ ਆਪਣੀਆਂ ਧੀਆਂ ਦਾਖਲ ਕਰਵਾਉਣ ਲਈ ਲਿਆਉਣ ਲੱਗ ਪਏ। ਧੰਨਵਾਦ। ਅਦਾਕਾਰਾ। ਹਾਲੀਵੁੱਡ ਅਦਾਕਾਰਾ ਮੈਰੀਲਨ ਮੋਨਰੋ ਹਰੇਕ ਅਮਰੀਕਨ ਦੀ ਪ੍ਰੇਮਿਕਾ ਸੀ। ਜਿਹੜਾ ਡਾਇਰੈਕਟਰ ਫਿਲਮ ਬਣਾਉਂਦਾ ਸੀ, ਉਹ ਆਸ਼ਿਕ ਹੋ ਨਿਬੜਦਾ ਸੀ। ਜਿਹੋ ਜਿਹਾ ਉਕਸਾਊ ਦ੍ਰਿਸ਼ ਡਾਇਰੈਕਟਰ ਚਾਹੁੰਦਾ ਸੀ, ਉਹ ਉਸ ਨਾਲੋਂ ਵੀ ਬਿਹਤਰ ਪਰੋਸ ਦਿੰਦੀ ਸੀ। ਉਹਨੇ 8 ਵਿਆਹ ਕੀਤੇ। ਉਹਦਾ ਇੱਕ ਵਿਆਹ ਵਿਸ਼ਵ ਪ੍ਰਸਿੱਧ ਅਮਰੀਕਨ ਨਾਟਕਕਾਰ ਆਰਥਰ ਮਿਲਰ ਨਾਲ ਵੀ ਹੋਇਆ। ਆਰਥਰ ਮਿਲਰ ਮੈਰੀਲਨ ਮੋਨਰੋ ਨਾਲ ਵਿਆਹ ਕਰਕੇ ਪ੍ਰਸਿੱਧ ਹੋ ਗਿਆ। ਮੈਰੀਲਨ ਮੋਨਰੋ ਆਪਣੇ ਆਪ ਨੂੰ ਬੁੱਢੀ ਕਿਆਸ ਨਹੀਂ ਸੀ ਸਕਦੀ, ਸੋ ਉਹਨੇ ਪ੍ਰਸਿੱਧੀ ਦੀ ਸਿਖਰ 'ਤੇ ਆਤਮਘਾਤ ਕਰ ਲਿਆ ਸੀ। ਉਹਦੇ ਮਰਨ ਉਪਰੰਤ ਇੱਕ ਜਾਣੂ ਨੇ ਆਰਥਰ ਮਿਲਰ ਨੂੰ ਪੁੱਛਿਆ, ਤੁਸੀਂ ਦਫਨਾਉਣ ਲਈ ਕਬਰਿਸਤਾਨ ਜਾਓਗੇ? ਆਰਥਰ ਮਿਲਰ ਨੇ ਉੱਤਰ ਵਿੱਚ ਕਿਹਾ ਸੀ, ਕਾਹਦੇ ਲਈ ਜਾਣਾ? ਉਹਨੇ ਉੱਥੇ ਆਪ ਤਾਂ ਹੋਣਾ ਨਹੀਂ। ਧੰਨਵਾਦ।
ਪੈਂਤੜਾ। ਵਾਜਪੇਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਡਵਾਨੀ ਅਮਰੀਕਾ ਦੇ ਰਾਸ਼ਟਰਪਤੀ ਬੁਸ਼ ਨਾਲ ਇਰਾਕ ਉੱਤੇ ਹਮਲੇ ਵਿੱਚ ਭਾਰਤ ਦੇ ਸਹਿਯੋਗ ਦਾ ਵਾਅਦਾ ਕਰ ਆਇਆ। ਵਾਜਪੇਈ ਨੇ ਇਰਾਕ ਵਿੱਚ ਭਾਰਤੀ ਸ਼ਮੂਲੀਅਤ ਦਾ ਵਿਰੋਧ ਕਰ ਰਹੇ ਕਮਿਊਨਿਸਟ ਆਗੂਆਂ ਨੂੰ ਪੁੱਛਿਆ, ਤੁਹਾਡਾ ਅੰਦੋਲਨ ਕਿਵੇਂ ਚੱਲ ਰਿਹਾ? ਕਮਿਊਨਿਸਟਾਂ ਨੇ ਕਿਹਾ, ਵਧੀਆ ਚੱਲ ਰਿਹਾ। ਵਾਜਪੇਈ ਨੇ ਪੁੱਛਿਆ, ਮੈਨੂੰ ਤੁਹਾਡੇ ਕੋਈ ਨਾਅਰੇ ਤਾਂ ਸੁਣਦੇ ਨਹੀਂ। ਵਾਜਪੇਈ ਦਾ ਭਾਵ ਸੀ ਕਿ ਆਪਣੇ ਵਿਰੋਧ ਦੀ ਸੁਰੁਚੀ ਕਰੋ ਤਾਂ ਕਿ ਮੈਂ ਅਡਵਾਨੀ ਵੱਲੋਂ ਸਹਿਯੋਗ ਦੇਣ ਦੀ ਕੀਤੀ ਮੂਰਖਤਾ ਸੰਬੰਧੀ ਅਮਰੀਕੀ ਰਾਸ਼ਟਰਪਤੀ ਨੂੰ ਕਹਿ ਸਕਾਂ ਕਿ ਮੇਰੇ ਹੱਥ ਤਾਂ ਬੰਨੇ ਹੋਏ ਹਨ। ਇਸ ਨੂੰ ਰਾਜਨੀਤਿਕ ਪੈਂਤੜਾ ਕਹਿੰਦੇ ਹਨ। ਧੰਨਵਾਦ। ਰਵਾਇਤੀ ਇਤਰਾਜ਼। ਵਿਆਹ ਵਿੱਚ ਦਾਦੀ ਜੀ ਨਹੀਂ ਆਏ, ਉਹਨਾਂ ਨੂੰ ਵੀ ਲੈ ਆਉਣਾ ਸੀ। ਸੈਮੀਨਾਰ ਵਿੱਚ ਬੁਲਾਰੇ ਨੇ ਮਹੱਤਵਪੂਰਨ ਨੁਕਤਾ ਨਹੀਂ ਛੋਇਆ। ਵਿਆਹ ਦੀ ਰਿਸੈਪਸ਼ਨ ਵਿੱਚ ਬਾਕੀ ਸਭ ਵਧੀਆ ਸੀ ਪਰ ਦਾਲ ਸਵਾਦ ਨਹੀਂ ਸੀ। ਰਿਸ਼ਤੇ ਲਈ ਲੜਕੀ ਤਾਂ ਸਾਨੂੰ ਪਸੰਦ ਹੈ ਪਰ ਘਰ ਠੀਕ ਨਹੀਂ। ਲੜਕਾ ਸਾਨੂੰ ਪਸੰਦ ਹੈ ਪਰ ਪੜ੍ਹਿਆ ਬਹੁਤ ਘੱਟ ਹੋਇਆ। ਪਲਾਟ ਸੰਬੰਧੀ, ਇਹ ਪਲਾਟ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ ਪਰ ਸੜਕ ਤੋਂ ਦੂਰ ਹੈ। ਧੰਨਵਾਦ। ਇੱਕੋ ਵਾਕ। ਸ਼ਕਤੀਸ਼ਾਲੀ ਰੋਮਨ ਫੌਜ ਤਿਆਰ ਸੀ ਤੇ ਦੂਜੇ ਪਾਸੇ ਹੈਨੀਬਾਲ ਦੀ ਕਮਾਨ ਅਧੀਨ ਕਾਰਥੇਜੀਅਨ ਫੌਜ ਡਟੀ ਹੋਈ ਸੀ। ਹੈਨੀਬਾਲ ਦੇ ਇੱਕ ਜਰਨੈਲ ਗਿਸਗੋ ਨੇ ਆਪਣੀਆਂ ਫੌਜਾਂ ਦੇ ਜਿੱਤ ਸਕਣ ਪ੍ਰਤੀ ਸ਼ੰਕਾ ਸੀ। ਉਹਨੇ ਹੈਨੀਬਾਲ ਨੂੰ ਕਿਹਾ, ਇੰਨੀ ਭਾਰੀ ਰੋਮਨ ਫੌਜ ਨਾਲ ਅਸੀਂ ਕਿਵੇਂ ਲੜ ਸਕਦੇ ਹਾਂ? ਹੈਨੀਬਾਲ ਨੇ ਕਿਹਾ, ਗਿਸਗੋ, ਤੂੰ ਇੱਕ ਗੱਲ ਨਹੀਂ ਵੇਖੀ? ਨਿਰਸੰਦੇਹ ਰੋਮਨ ਫੌਜ ਸ਼ਕਤੀਸ਼ਾਲੀ ਹੈ ਪਰ ਉਹਨਾਂ ਕੋਲ ਤੇਰੇ ਵਰਗਾ ਜਰਨੈਲ ਗਿਸਗੋ ਨਹੀਂ ਹੈ। ਗਿਸਗੋ ਹੱਸ ਪਿਆ। ਸਾਰੀ ਫੌਜ ਹੱਸ ਪਈ। ਡਰ ਜਾਂਦਾ ਰਿਹਾ। ਹਰ ਕਿਸੇ ਨੇ ਕਿਹਾ, ਰੋਮਨਾਂ ਕੋਲ ਗਿਸਗੋ ਨਹੀਂ ਹੈ। ਇਹ ਜੰਗ ਗਿਸਗੋ ਨੇ ਜਿੱਤਣੀ ਹੈ। ਗਿਸਗੋ ਸਾਡੇ ਕੋਲ ਹੈ। ਅਜਿਹੀ ਗੰਭੀਰ ਸਥਿਤੀ ਵਿੱਚ ਉੱਚਤਮ ਸਵੈ ਵਿਸ਼ਵਾਸ ਵਾਲਾ ਹੈਨੀਬਾਲ ਹੀ ਮਖੌਲ ਕਰ ਸਕਦਾ ਸੀ। ਡਰੀ ਹੋਈ ਫੌਜ ਹੌਸਲੇ ਨਾਲ ਉੱਛਲ ਪਈ। ਸੁੱਟੇ ਹੋਏ ਹਥਿਆਰ ਚੁੱਕ ਲਏ ਗਏ। ਕਾਰਥੇਜੀਅਨਾਂ ਨੇ ਰੋਮਨ ਫੌਜ ਨੂੰ ਇਤਿਹਾਸਿਕ ਹਾਰ ਦਿੱਤੀ ਤੇ ਗਿਸਗੋ ਤੇ ਹੈਨੀਬਾਲ ਦਾ ਨਾਂ ਇਸ ਇਤਿਹਾਸ ਵਿੱਚ ਦਰਜ ਹੋ ਗਿਆ। ਸਾਡੇ ਕੋਲ ਗਿਸਗੋ ਹੈ ਦੇ ਇੱਕ ਵਾਕ ਨੇ ਹਾਰ ਨੂੰ ਜਿੱਤ ਬਣਾ ਦਿੱਤਾ ਸੀ। ਧੰਨਵਾਦ। ਜ਼ਿੰਦਗੀ ਦੇ ਵਿਰੋਧਾਭਾਸ। ਜਦੋਂ ਹਾਰਨਾ ਪੱਕਾ ਹੋਏਗਾ ਉਦੋਂ ਜਿੱਤ ਜਾਓਗੇ। ਜਦੋਂ ਹੋਰਾਂ ਦੇ ਸਹਿਯੋਗ ਦੀ ਲੋੜ ਹੋਏਗੀ ਸਭ ਛੱਡ ਜਾਣਗੇ। ਜਦੋਂ ਲੋਕਾਂ ਦੀ ਨਫ਼ਰਤ ਸਿਖਰ 'ਤੇ ਪਹੁੰਚੀ ਹੋਏਗੀ ਕੋਈ ਤੁਹਾਨੂੰ ਪਿਆਰ ਕਰਨ ਲੱਗ ਜਾਏਗਾ। ਜਦੋਂ ਸਭ ਮੁਸ਼ਕਿਲਾਂ ਤੋਂ ਪਾਰ ਲੰਘ ਚੁੱਕੋਗੇ ਉਦੋਂ ਹੀ ਸਵੈ ਵਿਸ਼ਵਾਸ ਉਪਜੇਗਾ। ਜਦੋਂ ਸਵੈ ਵਿਸ਼ਵਾਸ ਦੀ ਲੋੜ ਪਏਗੀ ਉਦੋਂ ਦੁਚਿੱਤੀਆਂ ਘੇਰ ਲੈਣਗੀਆਂ ਕਿਉਂਕਿ ਇਹੀ ਜ਼ਿੰਦਗੀ ਹੈ। ਧੰਨਵਾਦ। ਦ੍ਰਿਸ਼ਟੀਕੋਣ। ਇੰਗਲੈਂਡ ਦੀ ਇੱਕ ਇਸਤਰੀ ਦੇ ਮੁਆਇਨੇ ਤੋਂ ਪਤਾ ਲੱਗਾ ਕੈਂਸਰ ਸੀ। ਡਾਕਟਰਾਂ ਨੇ ਉਹਨੂੰ ਜੀਵਨ ਦੇ ਹੋਰ 6 ਮਹੀਨੇ ਦੱਸੇ। ਇਸਤਰੀ ਨੇ ਸੋਚਿਆ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਲਾਜ ਸੰਭਵ ਸੀ। ਉਹਨੇ ਹਸਪਤਾਲ ਵਿੱਚ ਕੈਂਸਰ ਦਾ ਮੁੱਢ ਵਿੱਚ ਹੀ ਪਤਾ ਦੱਸਣ ਵਾਲਾ ਸਾਜ਼ ਸਮਾਨ ਖਰੀਦਣ ਲਈ ਫੰਡ ਇਕੱਠਾ ਕਰਨਾ ਆਰੰਭ ਕੀਤਾ। 6 ਮਹੀਨੇ ਲੰਘ ਗਏ। ਉਹਨੇ 6 ਸਾਲਾਂ ਵਿੱਚ 3 ਲੱਖ ਪਾਉਂਡ ਇਕੱਠੇ ਕੀਤੇ। ਉਸ ਕੋਲ ਕੈਂਸਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਸੀ। ਉਹਦਾ ਕੈਂਸਰ ਆਪੇ ਲੋਪ ਹੋ ਗਿਆ। ਮਹਾਰਾਣੀ ਨੇ ਮਹਿਲ ਵਿੱਚ ਬੁਲਾ ਕੇ ਵਧਾਈ ਦਿੱਤੀ। ਉਹ 26 ਸਾਲ ਤੰਦਰੁਸਤ ਜ਼ਿੰਦਗੀ ਜਿਉਂਦੀ ਰਹੀ। ਉਹਦੇ ਨਾਲ ਹੀ ਡਾਕਟਰਾਂ ਨੇ 2 ਪੁਰਸ਼ਾਂ ਨੂੰ ਵੀ 6-6 ਮਹੀਨੇ ਦਿੱਤੇ ਸਨ। ਇੱਕ ਨੇ ਆਪਣੀ ਹੋਣੀ ਸਵੀਕਾਰ ਕਰ ਲਈ ਸੀ। ਘਰ ਗਿਆ ਤੇ ਆਪਣੇ ਦਫਨਾਉਣ ਦਾ ਪ੍ਰਬੰਧ ਕਰਨ ਲੱਗ ਪਿਆ। 15 ਦਿਨਾਂ 'ਚ ਮਰ ਗਿਆ। ਦੂਜੇ ਦੇ 5 ਬੱਚੇ ਸਨ, ਪਤਨੀ ਹੈ ਨਹੀਂ ਸੀ। ਉਹਨੇ ਸੋਚਿਆ ਇਹ ਤਾਂ ਰੁੱਲ ਜਾਣਗੇ। ਉਸਨੇ ਉਹਨਾਂ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੁੱਕੀ। ਸਭ ਤੋਂ ਛੋਟਾ 3 ਸਾਲ ਤੋਂ 20 ਸਾਲ ਦਾ ਹੋ ਗਿਆ ਸੀ। ਉਹ ਮਰੀਜ਼ ਆਪ ਵੀ ਜਿਉਂਦਾ ਹੈ। ਬਿਮਾਰੀ ਨਾਲੋਂ ਬਿਮਾਰੀ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਵਧੇਰੇ ਮਹੱਤਵਪੂਰਨ ਹੁੰਦਾ ਹੈ। ਕੋਈ ਉਦੇਸ਼ ਉਸਾਰੋ, ਉਹ ਉਦੇਸ਼ ਤੁਹਾਨੂੰ ਜਿਉਂਦਾ ਰੱਖੇਗਾ। ਧੰਨਵਾਦ।